ਸਰਦਾਰ ਬਲਬੀਰ ਸਿੰਘ ਜੋ ਕਿ ਲੁਧਿਆਣਾ ਸ਼ਹਿਰ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਪਣੀ ਪੱਗਾਂ ਤੇ ਰੁਮਾਲਿਆਂ ਦੀ ਦੁਕਾਨ ਚਲਾਉਂਦੇ ਹਨ। ਉਹਨਾਂ ਨੇ ਇੱਕ ਅਜਿਹੀ ਘਟਨਾ ਸਾਂਝੀ ਕੀਤੀ ਜਿਸ ਨੂੰ ਸੁਣ ਕੇ ਤੁਹਾਡੇ ਦਿਮਾਗ ਵਿੱਚ ਵੀ ਕਈ ਸਵਾਲ ਉੱਠਣਗੇ, ਪਰ ਉਹਨਾਂ ਦਾ ਜਵਾਬ ਸ਼ਾਇਦ ਕਿਸੇ ਕੋਲ ਨਹੀਂ ਹੈ। ਸਰਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 30-35 ਸਾਲਾਂ ਤੋਂ ਆਪਣੀ ਇਸ ਪਰਿਵਾਰਿਕ ਦੁਕਾਨ ਨੂੰ ਚਲਾ ਰਹੇ ਹਨ। ਗੁਰੂ ਸਾਹਿਬ ਦੀ ਕਿਰਪਾ ਨਾਲ ਕੰਮ ਕਾਫੀ ਵਧੀਆ ਚੱਲ ਰਿਹਾ ਹੈ ਅਤੇ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨਾਲ ਕੋਈ ਹੇਰ-ਫੇਰ ਨਹੀਂ ਕੀਤੀ, ਇਮਾਨਦਾਰੀ ਨਾਲ ਹੀ ਕੰਮ ਕੀਤਾ ਹੈ ਤੇ ਇਸ ਗੱਲ ਦੀ ਗਵਾਹੀ ਪੂਰਾ ਇਲਾਕਾ ਭਰਦਾ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਮੇਰੀ ਉਮਰ 58 ਸਾਲ ਦੀ ਹੋ ਚੁੱਕੀ ਹੈ। ਜ਼ਿੰਦਗੀ ਵਿੱਚ ਔਖਾ ਅਤੇ ਸੌਖਾ ਦੋਵੇਂ ਤਰ੍ਹਾਂ ਦਾ ਸਮਾਂ ਦੇਖਿਆ ਹੈ, ਅਮੀਰੀ ਵੀ ਦੇਖੀ ਹੈ ਅਤੇ ਗਰੀਬੀ ਵੀ, ਪਰ ਇੱਕ ਅਜਿਹੀ ਘਟਨਾ ਜਿਸ ਨੇ ਮੈਨੂੰ ਹਰ ਵੇਲੇ ਸੋਚਣ ਤੇ ਮਜਬੂਰ ਕਰ ਦਿੱਤਾ, ਜਿਸ ਦਾ ਜਵਾਬ ਮੇਰੇ ਕੋਲ ਵੀ ਨਹੀਂ ਹੈ। ਬਲਬੀਰ ਸਿੰਘ ਨੇ ਦੱਸਿਆ ਕਿ ਅੱਜ ਤੋਂ 2 ਸਾਲ ਪਹਿਲਾਂ ਮੈਂ ਸਵੇਰੇ ਆਪਣੀ ਦੁਕਾਨ ਖੋਲੀ ਅਤੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਹੌਲੀ ਕਰਦੇ ਸਮਾਂ ਲੰਘਿਆ, ਮੇਰੀ ਦੁਕਾਨ ਵਿੱਚ ਕੰਮ ਕਰਨ ਵਾਲੇ ਕਾਮੇ ਵੀ ਆਉਣ ਲੱਗ ਪਏ। ਮੈਂ ਬਾਹਰ ਵਾਲਾ ਟੇਬਲ ਸਾਫ਼ ਕਰਦਾ ਪਿਆ ਸੀ ਤਾਂ ਅਚਾਨਕ ਮੇਰੀ ਦੁਕਾਨ ਦੇ ਸਾਹਮਣੇ ਇੱਕ ਮਹਿੰਗੀ ਕਾਲੇ ਰੰਗ ਦੀ ਕਾਰ ਆ ਕੇ ਰੁਕੀ। ਕਿੰਨਾ ਹੀ ਸਮਾਂ ਉਹ ਗੱਡੀ ਇਸੇ ਤਰ੍ਹਾਂ ਖੜੀ ਰਹੀ। ਮੈਨੂੰ ਲੱਗਾ ਕਿ ਸ਼ਾਇਦ ਕੋਈ ਵੈਸੇ ਹੀ ਇੱਥੇ ਗੱਡੀ ਖੜੀ ਕਰਕੇ ਚਲਾ ਗਿਆ ਹੈ, ਪਰ ਉਸੇ ਵਕਤ ਗੱਡੀ ਵਿੱਚੋਂ ਇੱਕ ਸਰਦਾਰ ਜੀ ਨਿਕਲ ਕੇ ਸਾਹਮਣੇ ਆਏ। ਦੇਖਣ ਵਿੱਚ ਉਹ ਕੋਈ ਅਫਸਰ ਲੱਗ ਰਹੇ ਸਨ। ਉਹ ਮੇਰੀ ਦੁਕਾਨ ਦੇ ਅੰਦਰ ਆਏ ਅਤੇ ਉਹਨਾਂ ਨੇ ਮੇਰੇ ਤੋਂ ਇੱਕ ਰੁਮਾਲੇ ਦੀ ਮੰਗ ਕੀਤੀ। ਮੈਂ ਉਹਨਾਂ ਨੂੰ ਕਈ ਤਰ੍ਹਾਂ ਦੇ ਰੁਮਾਲੇ ਦਿਖਾਏ। ਉਹਨਾਂ ਨੂੰ ਉਸ ਵਿੱਚੋਂ ਇੱਕ ਪਸੰਦ ਵੀ ਆ ਗਿਆ। ਉਹਨਾਂ ਨੇ ਮੇਰੇ ਤੋਂ ਉਸ ਰੁਮਾਲੇ ਦਾ ਰੇਟ ਪੁੱਛਿਆ ਅਤੇ ਮੈਂ ਉਹਨਾਂ ਨੂੰ ਕਿਹਾ ਕਿ 800 ਰੁਪਏ। ਉਹਨਾਂ ਨੇ ਮੈਨੂੰ ਕਿਹਾ ਕਿ ਸਰਦਾਰ ਜੀ ਥੋੜਾ ਠੀਕ ਠਾਕ ਲਗਾ ਲਓ। ਉਸੇ ਵਕਤ ਮੇਰੇ ਮੂੰਹ ਵਿੱਚੋਂ ਨਿਕਲਿਆ ਕਿ ਭਾਈ ਸਾਹਿਬ, ਅਸੀਂ ਕਦੇ ਬੇਈਮਾਨੀ ਦਾ ਕੰਮ ਨਹੀਂ ਕੀਤਾ, ਇਹ ਪੂਰਾ ਜਾਇਜ਼ ਰੇਟ ਹੀ ਤੁਹਾਨੂੰ ਲਗਾਇਆ ਹੈ, ਯਕੀਨ ਕਰੋ। ਮੇਰੀ ਗੱਲ ਸੁਣ ਕੇ ਉਹ ਸ਼ਾਇਦ ਸੁੰਨ ਜਿਹਾ ਪੈ ਗਿਆ। ਉਸਦੇ ਹੱਥਾਂ ਵਿੱਚੋਂ 500 ਦੇ ਨੋਟ ਥੱਲੇ ਡਿੱਗ ਗਏ। ਉਸਦੀਆਂ ਅੱਖਾਂ ਨਮ ਹੋ ਗਈਆਂ ਤੇ ਉਸਨੇ ਕਿਹਾ ਕਿ ਸਰਦਾਰ ਜੀ, ਜੇ ਤੁਸੀਂ ਕਦੇ ਬੇਈਮਾਨੀ ਨਹੀਂ ਕੀਤੀ ਤਾਂ ਇਸੇ ਤਰ੍ਹਾਂ ਰਹੋ। ਜੋ ਮਾਲਕ ਦਿੰਦਾ ਹੈ ਉਸੇ ਵਿੱਚ ਖੁਸ਼ ਰਹੋ, ਕਿਉਂਕਿ ਬੇਈਮਾਨੀ ਦੀ ਪੰਡ ਚੁੱਕਣੀ ਬਹੁਤ ਮੁਸ਼ਕਿਲ ਹੈ। ਮੈਂ ਖੁਦ ਆਪਣੇ ਕੀਤੇ ਹੋਏ ਪਾਪਾ ਦੇ ਫਲ ਨੂੰ ਇਸ ਗੱਡੀ ਵਿੱਚ ਰੱਖੀ ਘੁੰਮ ਰਿਹਾ ਹਾਂ। ਮੈਨੂੰ ਉਸਦੀ ਇਹ ਗੱਲ ਕਾਫੀ ਅਜੀਬ ਲੱਗੀ। ਉਸਦੀਆਂ ਅੱਖਾਂ ਨਮ ਸੀ। ਮੈਨੂੰ ਉਸਦੀ ਅੱਖਾਂ ਵਿੱਚੋਂ ਪਛਤਾਵਾ ਦਿਖ ਰਿਹਾ ਸੀ। ਮੈਂ ਉਹਨਾਂ ਨੂੰ ਪੁੱਛ ਹੀ ਲਿਆ ਕਿ ਸਰਦਾਰ ਜੀ, ਜੇ ਤੁਸੀਂ ਕੋਈ ਦਿਲ ਦੀ ਗੱਲ ਦੱਸਣੀ ਹੋਵੇ ਜੋ ਤੁਹਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਤਾਂ ਉਸ ਨੂੰ ਦਿਲ ਵਿੱਚ ਨਾ ਰਹਿਣ ਦਿਓ, ਖੁੱਲ ਕੇ ਗੱਲ ਕਰ ਲਓ। ਉਹ ਮੇਰੇ ਕੋਲ ਬੈਠ ਗਏ। ਮੈਂ ਉਹਨਾਂ ਨੂੰ ਚਾਹ ਪਾਣੀ ਪੁੱਛਿਆ ਅਤੇ ਉਹਨਾਂ ਨੇ ਮੈਨੂੰ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਕਿਸੇ ਵਿਭਾਗ ਵਿੱਚ ਅਫਸਰ ਹਾਂ। ਮੈਂ ਇਸ ਸਮੇਂ ਲੁਧਿਆਣੇ ਵਿੱਚ ਹੀ ਤੈਨਾਤ ਹਾਂ। ਗਰੀਬ ਘਰ ਵਿੱਚ ਪਲਿਆ ਅਤੇ ਜਦੋਂ ਨੌਕਰੀ ਮਿਲੀ ਤਾਂ ਪਹਿਲ ਤਾਂ ਮੈਂ ਸਭ ਕੁਝ ਕਾਫੀ ਇਮਾਨਦਾਰੀ ਨਾਲ ਕੀਤਾ, ਪਰ ਬਾਅਦ ਵਿੱਚ ਅੰਦਰ ਰਹਿ ਕੇ ਪਤਾ ਲੱਗਾ ਕਿ ਇਮਾਨਦਾਰੀ ਦਾ ਕੋਈ ਫਾਇਦਾ ਨਹੀਂ। ਇਸ ਲਈ ਮੈਂ ਇਮਾਨਦਾਰੀ ਛੱਡ ਕੇ ਬੇਈਮਾਨੀ ਦਾ ਪੱਲਾ ਫੜ ਲਿਆ। ਮੈਂ ਬਹੁਤ ਜ਼ਿਆਦਾ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ। ਹਜ਼ਾਰਾਂ ਤੋਂ ਲੱਖਾਂ ਅਤੇ ਲੱਖਾਂ ਤੋਂ ਕਰੋੜਾਂ ਰੁਪਏ ਹੋਣ ਵਿੱਚ ਦੇਰ ਨਾ ਲੱਗੀ। ਮੈਂ ਅਮੀਰ ਗਰੀਬ ਬਿਨਾਂ ਦੇਖੇ ਬਸ ਰਿਸ਼ਵਤ ਲਈ ਕੋਈ ਵੀ ਕੰਮ ਕਰਦਾ ਸੀ। ਮੇਰੇ ਘਰ ਵਿੱਚ ਨਿਤਨਵੇਂ ਤੋਹਫੇ ਸੁਗਾਤਾਂ ਕਾਰਨ ਮੇਰੇ ਘਰ ਵਾਲੇ ਕਾਫੀ ਖੁਸ਼ ਸਨ। ਮੇਰੀ ਪਤਨੀ ਨੇ ਵੀ ਇੰਨੇ ਤੋਹਫੇ ਆਉਂਦੇ ਤੇ ਮੈਨੂੰ ਕੁਝ ਨਹੀਂ ਕਿਹਾ। ਉਹ ਤਾਂ ਸਗੋਂ ਖੁਸ਼ ਹੁੰਦੀ ਸੀ। ਪਰ ਇੱਕ ਦਿਨ ਅਜਿਹਾ ਆਇਆ ਕਿ ਇੱਕ ਪਰਿਵਾਰ ਦਾ ਕੋਈ ਛੋਟਾ ਜਿਹਾ ਕੰਮ ਸੀ ਜੋ ਕਿ ਮੇਰੇ ਸਾਈਨ ਹੋਣ ਨਾਲ ਹੀ ਹੋ ਜਾਣਾ ਸੀ, ਪਰ ਉਹ ਇੱਕ ਗਰੀਬ ਪਰਿਵਾਰ ਸੀ। ਮੈਂ ਉਹਨਾਂ ਤੋਂ ਮੂੰਹ ਫਾੜ ਕੇ ਰਿਸ਼ਵਤ ਦੀ ਮੰਗ ਕੀਤੀ, ਪਰ ਉਹ ਇਸ ਹਾਲਤ ਵਿੱਚ ਨਹੀਂ ਸਨ ਕਿ ਉਹ ਮੈਨੂੰ ਰਿਸ਼ਵਤ ਦੇ ਸਕਣ। ਇਸ ਲਈ ਮੈਂ ਉਹਨਾਂ ਦੀ ਫਾਈਲ ਬਾਕੀ ਫਾਈਲਾਂ ਵਿੱਚ ਦਬਾ ਦਿੱਤੀ, ਜਿਸ ਕਾਰਨ ਉਸ ਪਰਿਵਾਰ ਦਾ ਕੰਮ ਨਾ ਹੋਇਆ ਅਤੇ ਸਭ ਤੋਂ ਦੁਖੀ ਹੋ ਕੇ ਉਸ ਸਾਰੇ ਪਰਿਵਾਰ ਨੇ ਆਤਮ ਹੱਤਿਆ ਕਰ ਲਈ। ਸਾਰਾ ਪਰਿਵਾਰ ਤਬਾਹ ਹੋ ਗਿਆ। ਮੈਨੂੰ ਇਸ ਗੱਲ ਦਾ ਕੋਈ ਅਫਸੋਸ ਨਹੀਂ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਫਿਰ ਤੋਂ ਮਗਨ ਹੋ ਗਿਆ, ਪਰ ਪਰਮਾਤਮਾ ਨੇ ਤਾਂ ਮੇਰੇ ਪਾਪਾਂ ਦਾ ਹਿਸਾਬ ਕਰਨਾ ਹੀ ਸੀ। ਕੁਝ ਹੀ ਸਮੇਂ ਬਾਅਦ ਮੇਰੀ ਪਤਨੀ ਨੂੰ ਕੋਈ ਭਿਆਨਕ ਰੋਗ ਲੱਗ ਗਿਆ, ਪਰ ਪਤਾ ਨਹੀਂ ਲੱਗਾ ਕਿ ਉਸ ਨੂੰ ਅਜਿਹਾ ਕੀ ਹੋਇਆ ਸੀ। ਡਾਕਟਰ ਵੀ ਕੁਝ ਨਾ ਕਰ ਸਕੇ ਅਤੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮੇਰਾ ਵੱਡਾ ਲੜਕਾ ਜੋ ਕਿ ਚਿੱਟੇ ਦੇ ਨਸ਼ੇ ਵਿੱਚ ਪੈ ਗਿਆ। ਮੈਂ ਉਸ ਨੂੰ ਸਮਝਾਉਣ ਦੀ ਕਾਫੀ ਕੋਸ਼ਿਸ਼ ਕੀਤੀ, ਪਰ ਉਹ ਇਸ ਦਲਦਲ ਵਿੱਚ ਘੁੱਸਦਾ ਚਲਾ ਗਿਆ। ਇੱਕ ਵਾਰ ਤਾਂ ਉਹ ਮਰਨੋਂ ਵੀ ਬਚਿਆ। ਮੇਰੀ ਧੀ ਵਿਆਹ ਤੋਂ 1 ਸਾਲ ਬਾਅਦ ਹੀ ਘਰ ਵਾਪਸ ਆ ਗਈ, ਕਿਉਂਕਿ ਉਸ ਨੂੰ ਸ਼ਰਾਬ ਪੀਣ ਦੀ ਲੱਤ ਲੱਗੀ ਸੀ, ਜਿਸ ਬਾਰੇ ਮੈਨੂੰ ਵੀ ਬਾਅਦ ਵਿੱਚ ਹੀ ਪਤਾ ਲੱਗਾ। ਮੇਰਾ ਛੋਟਾ ਮੁੰਡਾ ਜੋ ਕਿ ਅਮਰੀਕਾ ਵਿੱਚ ਸੀ, ਉਹ ਕਿਸੇ ਵਜ੍ਹਾ ਕਾਰਨ ਪਾਗਲਾਂ ਵਾਂਗ ਕਰਨ ਲੱਗ ਪਿਆ ਅਤੇ ਉਸ ਦੀ ਹਾਲਤ ਦਿਨੋਂ ਦਿਨ ਖਰਾਬ ਹੁੰਦੀ ਗਈ, ਜਿਸ ਕਾਰਨ ਉਸ ਨੂੰ ਵਾਪਸ ਭਾਰਤ ਆਉਣਾ ਪਿਆ। ਪਰ ਮੈਨੂੰ ਕੁਝ ਨਹੀਂ ਹੋਇਆ। ਪਰਮਾਤਮਾ ਨੇ ਮੈਨੂੰ ਮੇਰੇ ਪਾਪਾ ਦਾ ਫਲ ਇਸ ਤਰ੍ਹਾਂ ਦਿਖਾਇਆ। ਮੈਂ ਆਪਣੇ 3 ਬੱਚਿਆਂ ਨੂੰ ਗੱਡੀ ਵਿੱਚ ਲੈ ਕੇ ਗੁਰਦੁਆਰੇ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਂਦਾ ਹਾਂ ਕਿ ਵਾਹਿਗੁਰੂ ਮੇਰੇ ਗੁਨਾਹਾਂ ਨੂੰ ਮਾਫ ਕਰੇ ਅਤੇ ਮੇਰੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖੇ। ਬਲਬੀਰ ਸਿੰਘ ਨੇ ਦੱਸਿਆ ਕਿ ਮੈਂ ਉਸ ਇਨਸਾਨ ਦੀਆਂ ਗੱਲਾਂ ਸੁਣ ਕੇ ਹੈਰਾਨ ਸੀ। ਉਸਨੇ ਮੇਰੇ ਤੋਂ ਪੁੱਛਿਆ ਕਿ ਸਰਦਾਰ ਜੀ, ਮੈਂ ਹੁਣ ਕੀ ਕਰਾਂ, ਤੁਸੀਂ ਦੱਸੋ। ਪਰ ਮੇਰੇ ਕੋਲ ਖੁਦ ਕੋਈ ਉੱਤਰ ਨਹੀਂ ਸੀ। ਉਹ ਮੇਰੀ ਖਾਮੋਸ਼ੀ ਦੇਖ ਕੇ ਉੱਥੋਂ ਜਾਣ ਲੱਗਾ ਅਤੇ ਕਹਿ ਗਿਆ ਕਿ ਮੈਂ ਤੁਹਾਡੇ ਉੱਤਰ ਦਾ ਇੰਤਜ਼ਾਰ ਕਰੂੰਗਾ ਅਤੇ ਫਿਰ ਤੋਂ ਤੁਹਾਡੇ ਕੋਲ ਆਵਾਂਗਾ।
ਮੈਨੂੰ ਗੱਡੀ ਵਿੱਚ ਉਸਦੇ ਤਿੰਨੋਂ ਬੱਚੇ ਦਿਖ ਰਹੇ ਸਨ, ਪਰ ਮੇਰੇ ਕੋਲ ਉਸਦੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਨਹੀਂ ਸੀ।